ਕਿਸੇ ਦੇ ਪਰਮਿਟ ਰਿਨਿਊ ਕਿਸੇ ਦੇ ਪਰਮਿਟ ਰਿਨਿਊ ਨਹੀਂ ਜੀ, ਕਿਸੇ ਦੇ ਵੀ ਸਾਰੇ ਪੰਜਾਬ 'ਚ A to Z ਘੱਟੋ ਘੱਟ 600 ਆ ਜੀ, ਇੱਕ ਨਹੀਂ। ਕਦੇ ਤੁਸੀਂ ਰਾਤ ਨੂੰ ਚੈੱਕ ਕਰਦੇ ਵੇਖਿਆ ਬੱਸਾਂ ਇਹ? ਪਹਿਲਾਂ ਬੜੀ ਇਹਨਾਂ ਨੇ ਅੱਗ ਮਚਾਈ ਸੀ, ਅੱਧੀ ਰਾਤ ਨੂੰ ਜਾਂਦੇ ਸੀ ਚੈੱਕ ਕਰਨ ਵੀ ਮੈਂ ਆਹ ਨਜਾਇਜ਼ ਨਹੀਂ ਚੱਲਣ ਦੇਣਾ, ਉਹ ਨਜਾਇਜ਼ ਨਹੀਂ ਚੱਲਣ ਦੇਣਾ। ਹੁਣ ਉਹ ਹਟ ਗਈਆਂ ਸਾਰੀਆਂ ਚੱਲਣੋਂ। ਮੰਨ ਲੈਂਦੇ ਆ ਵੀ ਸਾਡੇ ਪਰਮਿਟ ਰਿਨਿਊ ਨਹੀਂ ਗਏ, ਬਟ ਰਿਨਿਊ ਕਰਨੇ ਕੀ ਨੇ? ਸਿੱਧੂ ਮੂਸੇਵਾਲਾ ਜੀ ਹੀ ਇਜ਼ ਅ ਗੁੱਡ ਸਿੰਗਰ ਮੈਂ ਕਹੂੰਗਾ, ਔਰ ਇਹ ਬੁਰੀ ਤਰ੍ਹਾਂ ਫੇਲ ਹੋਣਗੇ, ਬੁਰੀ ਤਰ੍ਹਾਂ ਫੇਲ ਹੋਣਗੇ। ਮੇਰੀ ਗੱਲ ਯਾਦ ਰੱਖਿਓ, ਕਿਸੇ ਨੇ ਵੋਟ ਨਹੀਂ ਪਾਉਣੀ। ਅਖੀਰ 'ਚ ਜੀ ਉਹਨਾਂ ਨੇ ਇੱਕੋ ਹੀ ਬੋਲੀ ਸਾਰਿਆਂ ਨੇ, ਕਹਿੰਦੇ ਜੀ ਮੰਤਰੀ ਜੀ ਨੇ ਕਿਹਾ ਵੀ ਇਹ ਰੋਕ ਲਓ, ਤੁਸੀਂ ਵੀ ਨਹੀਂ ਛੱਡਣੀਆਂ ਬੱਸਾਂ ਜਿੰਨਾ ਚਿਰ ਮੈਂ ਕਹਿੰਦਾ ਨਹੀਂ। ਬਿਨਾਂ ਮਤਲਬ ਦੇ ਮੁਹੰਮਦ ਅਬਦਾਲੀ ਵਰਗੇ ਫੈਸਲੇ, ਉਹਨੂੰ ਇਹ ਨਹੀਂ ਪਤਾ ਵੀ ਇਹ ਕੋਈ ਮੁਗਲ ਰਾਜ ਤਾਂ ਹੈ ਨਹੀਂ ਵੀ ਤੂੰ ਜੋ ਫਰਮਾਨ ਛੱਡਦਾ ਉਹ ਪੂਰਾ ਛੱਡ ਜੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡਾ ਨਾਲ ਲਲਿਤਾ ਜਾਮਵਾਲ। ਨਿਊ ਦੀਪ ਬੱਸ ਸਰਵਿਸ ਦੇ ਪਰਮਿਟ ਰੱਦ ਕਰਨ ਤੇ ਬੱਸਾਂ ਜਿਹੜੇ ਇੰਪਾਊਂਡ ਕਰਨ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਾਈ ਹੈ ਤੇ ਉਹਦੇ ਬਾਅਦ ਵੀ ਜਿਹੜਾ ਮਾਮਲਾ ਟਸ ਦਾ ਬੱਸ ਜਿਹੜਾ ਬਣਿਆ ਹੋਇਆ ਹੈ, ਕਿਉਂਕਿ ਹਜੇ ਵੀ ਪੂਰੀ ਬੱਸਾਂ ਜਿਹੜੇ ਰਿਲੀਜ਼ ਨਹੀਂ ਕੀਤੀ ਗਈਆਂ। ਤੇ ਸਾਡੇ ਨਾਲ ਗੱਲਬਾਤ ਲਈ ਮੌਜੂਦ ਹਨ ਡਿੰਪੀ ਢਿੱਲੋਂ ਜੀ। ਢਿੱਲੋਂ ਜੀ, ਕੀ ਕਹਿਣਾ ਤੁਹਾਡਾ ਇਸ ਬਾਰੇ 'ਚ? ਹਾਲਾਂਕਿ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਇਸ ਮਾਮਲੇ 'ਚ, ਉਹਦੇ ਬਾਅਦ ਵੀ ਜਿਹੜੀ ਹੈ ਖਿੱਚਤਾਨ ਜੀ ਤੁਹਾਡੇ ਨਾਲ ਕੀਤੀ ਜਾ ਰਹੀ, ਕੀ ਤੁਸੀਂ ਕਹਿਣਾ? ਐਕਚੁਅਲੀ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡੇ ਨਾਲ ਜਿਹੜੀ ਖਿੱਚਤਾਨ ਹੋ ਰਹੀ ਹੈ ਨਾ, ਆਫਟਰ ਮਾਨਯੋਗ ਹਾਈ ਕੋਰਟ ਦੇ ਜਿਹੜੇ ਆਰਡਰ ਸਾਹਿਬਾਨ ਨੇ ਜੀ, ਉਹ ਸਾਨੂੰ ਸਾਡੇ ਤੇ ਹੁਣ ਇਹ ਐਲੀਗੇਸ਼ਨ ਲਗਾ ਰਹੇ ਆ ਜੀ ਵੀ ਤੁਹਾਡੇ ਪਰਮਿਟ ਰਿਨਿਊ ਨਹੀਂ ਗਏ, ਤੇ ਜਿਹੜੇ ਪਰਮਿਟ ਤੁਹਾਡੇ ਰਿਨਿਊ ਨਹੀਂ ਉਹ ਅਸੀਂ ਤੁਹਾਡੀਆਂ ਬੱਸਾਂ ਨਹੀਂ ਛੱਡਦੇ, ਜਦ ਕਿ ਮਾਨਯੋਗ ਹਾਈ ਕੋਰਟ ਨੇ ਕਲੀਅਰ ਕੱਟ ਲਿਖਿਆ ਵੀ ਸਾਰੀਆਂ ਬੱਸਾਂ ਛੱਡੋ। ਅਸੀਂ ਇਹਨਾਂ ਨੂੰ ਇਹ ਪੁੱਛਿਆ ਵੀ ਭਾਈ ਸਾਹਿਬ ਮੰਨ ਲੈਂਦੇ ਆ ਵੀ ਸਾਡੇ ਪਰਮਿਟ ਰਿਨਿਊ ਨਹੀਂ ਗਏ, ਬਟ ਰਿਨਿਊ ਕਰਨੇ ਕੀ ਨੇ? ਜੇ ਤਾਂ ਸਾਡੇ 'ਚ ਕੋਈ ਕਮੀ ਆ, ਸਾਡਾ ਕੋਈ ਅਸੀਂ ਟੈਕਸ ਡਿਫਾਲਟਰ ਹਾਂ, ਸਾਡੀ ਬੱਸ ਕੋਈ ਆਪਣਾ ਫਿਟਨੈਸ ਨਹੀਂ ਕੰਪਲੀਟ ਕਰਦੀ ਜਾਂ ਕੋਈ ਹੋਰ ਕਮੀ ਆ, ਸਾਨੂੰ ਲਿਖ ਕੇ ਦਿਓ, ਅਸੀਂ ਤੁਹਾਨੂੰ ਪੂਰੀ ਕਰਕੇ ਦਿੰਦੇ ਹਾਂ। ਜੇ ਸਾਡੇ ਡਾਕੂਮੈਂਟਸ ਦੇ ਵਿੱਚ ਕੋਈ ਕਮੀ ਨਹੀਂ, ਅਸੀਂ ਐਪਲੀਕੇਸ਼ਨ ਦਿੱਤੀ ਆ, ਪਰਮਿਟ ਰਿਨਿਊਅਲ ਫੀਸ ਭਰੀ ਆ, ਫਿਰ ਕੀ ਪ੍ਰੋਬਲਮ ਆ? ਸਾਨੂੰ ਦੱਸੋ। ਕੋਈ ਜਵਾਬ ਨਹੀਂ ਉਹਨਾਂ ਕੋਲੇ ਜੀ, ਆਫੀਸਰ ਸਾਹਿਬਾਨਾਂ ਕੋਲੇ ਵੀ ਕੋਈ ਜਵਾਬ ਨਹੀਂ। ਅਖੀਰ 'ਚ ਜੀ ਉਹਨਾਂ ਨੇ ਇੱਕੋ ਹੀ ਬੋਲੀ ਸਾਰਿਆਂ ਨੇ, ਕਹਿੰਦੇ ਜੀ ਮੰਤਰੀ ਜੀ ਨੇ ਕਿਹਾ ਵੀ ਇਹ ਰੋਕ ਲਓ, ਤੁਸੀਂ ਵੀ ਨਹੀਂ ਛੱਡਣੀਆਂ ਬੱਸਾਂ ਜਿੰਨਾ ਚਿਰ ਮੈਂ ਕਹਿੰਦਾ ਨਹੀਂ। ਪਹਿਲਾਂ ਤਾਂ ਲਾਰੇ ਲੱਪੇ ਲਾਈ ਗਏ, ਫਿਰ ਅਸੀਂ ਰਾਤ ਨੂੰ ਜਾ ਕੇ ਘੇਰ ਲਏ ਜੀ ਵੀ ਸਾਨੂੰ ਜਾਂ ਤਾਂ ਭਾਈ ਸਾਹਿਬ ਲਿਖ ਕੇ ਦੇ ਦਿਓ ਵੀ ਅਸੀਂ ਨਹੀਂ ਛੱਡ ਸਕਦੇ ਜੀ, ਇਹੀ ਲਿਖ ਦਿਓ ਵੀ ਤੁਹਾਡੇ ਪਰਮਿਟ ਰਿਨਿਊ ਨਹੀਂ ਜੀ ਤੇ ਅਸੀਂ ਬੱਸਾਂ ਨਹੀਂ ਤੁਹਾਡੀਆਂ ਛੱਡਣੀਆਂ, ਕੋਈ ਪ੍ਰੋਬਲਮ ਨਹੀਂ, ਅਸੀਂ ਫਿਰ ਹਾਈ ਕੋਰਟ ਜਾ ਵੜਦੇ ਹਾਂ। ਤੇ ਜੇ ਤੁਸੀਂ ਇਹ ਨਹੀਂ ਲਿਖ ਕੇ ਦੇਣਾ ਤੇ ਫਿਰ ਛੱਡੋ। ਫਿਰ ਉਹਨਾਂ ਨੇ ਜੀ ਸਾਡੇ ਕੋਲੋਂ ਰਿਕੁਐਸਟ ਕਰਕੇ ਅੱਜ ਦਾ ਦਿਨ ਮੰਗਿਆ, ਕਹਿੰਦੇ ਜੀ ਸਾਡੀ ਬੜੀ ਮਜਬੂਰੀ ਬਣੀ ਪਈ ਆ, ਪਲੀਜ਼ ਅੱਜ ਦਾ ਦਿਨ ਦੇ ਦਿਓ। ਮੰਤਰੀ ਜੀ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਤੁਹਾਡਾ ਜਾਣਾ ਕੁਛ ਨਹੀਂ, ਸਾਡਾ ਨੁਕਸਾਨ ਹੋ ਜੂ ਕਿਸੇ ਦਾ, ਕਿਉਂਕਿ ਜਿਹੜੀ ਹੁਣ ਰਿਟ ਪਈ ਜੀ ਉਹ ਰਿਟ ਐਜ਼ ਕੰਟੈਂਪਟ ਪਊਗੀ, ਉਹਦੇ 'ਚ ਫਿਰ ਕਿਸੇ ਨਾ ਕਿਸੇ ਅਫਸਰ ਸਾਹਿਬਾਨ ਦਾ ਨੁਕਸਾਨ ਹੋਊਗਾ ਹੀ ਹੋਊਗਾ, ਕਿਉਂਕਿ ਪਹਿਲਾਂ ਹੀ ਮਾਨਯੋਗ ਹਾਈ ਕੋਰਟ ਇਹਨਾਂ 'ਤੇ ਬਹੁਤ ਔਖੀ ਹੈ, ਤੇ ਜੇ ਦੁਬਾਰੇ ਆਪਾਂ ਰਿਟ ਪਾਤੀ ਤੇ ਫਿਰ ਮਾੜੀ ਹੋਊ ਇਹਨਾਂ ਨਾਲ। ਮੈਂ ਨਹੀਂ ਚਾਹੁੰਦਾ ਜੀ ਕਿਸੇ ਦਾ ਨੁਕਸਾਨ ਹੋਵੇ, ਚਲੋ ਮੇਰਾ ਤਾਂ ਜਿਹੜਾ ਹੋਣਾ ਸੀ ਹੋ ਗਿਆ। ਸੋ ਆਹ ਗੱਲ ਆ ਜੀ। ਇਹ ਕਿੰਨੀ ਬੱਸਾਂ ਹੈਗੀਆਂ ਜਿਹੜੀਆਂ ਰਿਲੀਜ਼ ਕੀਤੀ ਗਈ ਤੇ ਕਿੰਨੀਆਂ ਰਹਿੰਦੀਆਂ ਨੇ, ਤੇ ਕਿੰਨੇ ਜਿਹੜੇ ਪਰਮਿਟ ਬਾਰੇ ਇਹ ਕਹਿ ਰਹੇ ਨੇ ਕਿ ਬਈ ਉਹ ਐਕਸਪਾਇਰ ਨੇ? ਐਕਚੁਅਲੀ ਜੀ 72 ਬੱਸਿਸ ਦੇ ਕਰੀਬ ਆਪਣੀਆਂ ਅੰਦਰ ਸੀ ਜੀ, ਜਿਹਦੇ 'ਚੋਂ 24 ਬੱਸਾਂ ਰਾਤ ਇਹਨਾਂ ਨੇ ਆਪਣੀਆਂ ਛੱਡਤੀਆਂ ਸੀ, ਬਾਕੀ ਸਾਰੀਆਂ ਹਜੇ ਅੰਦਰ ਹੀ ਆ ਜੀ, ਬਾਕੀ ਸਾਰੀਆਂ ਹਜੇ ਅੰਦਰ ਆ। ਇੱਕ ਤੁਸੀਂ ਇਹ ਵੀ ਕਿਹਾ ਸੀ ਕਿ ਵੀ ਏਜੀ ਨੂੰ ਵੀ ਆਉਣਾ ਪਿਆ ਤੇ ਉਹ ਵੀ ਜਿਹੜਾ ਸਰਕਾਰ ਦੀ ਜਿਹੜੀ ਇੱਜ਼ਤ ਨਹੀਂ ਬਚਾ ਸਕੀ, ਕਿਉਂਕਿ ਕੀ ਤੁਸੀਂ ਕਹਿਣਾ ਇਹਦੇ ਬਾਰੇ? ਇਹ ਮੈਮ HT ਦੀ ਵੱਡੀ ਨਿਊਜ਼ ਆ ਜੀ, ਤੁਹਾਡੇ ਪੇਪਰ 'ਚ ਵੀ, ਅਜੀਤ 'ਚ ਵੀ ਲੱਗੀ ਆ, ਟ੍ਰਿਬਿਊਨ 'ਚ ਵੀ ਲੱਗੀ ਆ। ਦੇਖੋ, ਇੱਕ ਮੈਨੂੰ ਕਹਿਣਾ ਪੈ ਰਿਹਾ ਹੈ ਵੀ ਸਾਡੇ ਟਰਾਂਸਪੋਰਟ ਦੇ ਮੰਤਰੀ ਇੱਕ ਇਨਕੰਪੀਟੈਂਟ ਬੰਦਾ ਕੋਈ ਫੈਸਲੇ ਲੈਂਦਾ ਬਿਨਾਂ ਮਤਲਬ ਦੇ, ਮੁਹੰਮਦ ਅਬਦਾਲੀ ਵਰਗੇ ਫੈਸਲੇ, ਉਹਨੂੰ ਇਹ ਨਹੀਂ ਪਤਾ ਵੀ ਇਹ ਕੋਈ ਮੁਗਲ ਰਾਜ ਤਾਂ ਹੈ ਨਹੀਂ ਵੀ ਤੂੰ ਜੋ ਫਰਮਾਨ ਛੱਡਦਾ ਉਹ ਪੂਰਾ ਚੜ੍ਹ ਜੂ। ਪਹਿਲਾਂ ਮੀਡੀਆ ਬੈਠਾ, ਉੱਥੇ ਅਸੀਂ ਗੱਲ ਰੱਖੀ, ਚਲੋ ਗੱਲ ਸਾਡੀ ਉੱਠੀ ਤੁਹਾਡੇ ਜ਼ਰੀਏ, ਫਿਰ ਅਸੀਂ ਮਾਨਯੋਗ ਹਾਈ ਕੋਰਟ 'ਚ ਆਪਦੀ ਅਪੀਲ ਰੱਖੀ, ਸਾਡੀ ਅਪੀਲ ਐਕਸੈਪਟ ਹੋ ਗਈ। ਉਹਨਾਂ ਨੇ ਜਿਹੜੀ ਕੀਤੀ ਸੀ ਉਹ ਸਾਰੀ ਉਹਨਾਂ ਦੇ ਜੋ ਫੈਸਲੇ ਕੀਤੇ ਸੀ ਸਾਰੇ ਉਹਨਾਂ ਨੇ ਰਿਜੈਕਟ ਕਰਤੇ। ਮਤਲਬ ਕਿ ਉਹਦੇ 'ਚ ਦੇਖੋ, ਐਸ ਛੋਟੇ ਜਿਹੇ
ਅੱਜ ਤੱਕ ਟਰਾਂਸਪੋਰਟ ਦੇ ਕੇਸ 'ਚ ਕਦੇ ਏਜੀ ਨਹੀਂ ਆਏ, ਤੁਸੀਂ ਸੁਣੇ ਹੋਣੇ, ਤੁਹਾਨੂੰ ਵੀ ਇਸ ਕਿੱਤੇ 'ਚ ਆਇਆ ਨੂੰ ਬਹੁਤ ਚਿਰ ਹੋ ਗਿਆ ਹੋਣਾ। ਫਸਟ ਟਾਈਮ ਇਨ ਹਿਸਟਰੀ ਹੋਇਆ ਵੀ ਆਪਦੇ ਵਾਸਤੇ ਪਟਵਾਲੀਆ ਸਾਹਿਬ ਲੈ ਕੇ ਆਏ, ਜਿਹੜੇ ਕਿ ਪਹਿਲੇ ਕੇਸ ਦੇ ਵਿੱਚ ਉਹਨਾਂ ਦੀ ਹੀਅਰਿੰਗ ਹੋਈ ਟਰਾਂਸਪੋਰਟ ਦੇ ਵਿੱਚ, ਤੇ ਪਹਿਲੇ ਕੇਸ ਦੇ ਵਿੱਚ ਉਹਨਾਂ ਨੂੰ ਕੋਰਟ ਤੋਂ ਝਾੜ ਖਾਣੀ ਪਈ, ਇੱਕ ਏਜੀ ਲੈਵਲ ਦੇ ਬੰਦੇ ਨੂੰ ਜਿਹੜਾ ਪੰਜਾਬ ਸਰਕਾਰ ਨੂੰ ਰਿਪਰੈਜ਼ੈਂਟ ਕਰ ਰਿਹਾ ਉਹਨੂੰ ਝਾੜ ਖਾਣੀ ਪਈ। ਜਸਟ ਇਮੈਜਿਨ ਕਿ ਕੋਰਟ ਨੇ ਇੱਥੋਂ ਤੱਕ ਆਖਿਆ ਵੀ ਪਟਵਾਲੀਆ ਸਾਹਿਬ ਕਿਉਂ ਟਾਈਮ ਵੇਸਟ ਕਰ ਰਹੇ ਹੋ ਜੀ, ਇਸ ਕੇਸ 'ਚ ਕੁਛ ਨਹੀਂ ਗਾ ਜੀ, ਟੋਟਲ ਵੈਂਡੇਟਾ। ਤੁਸੀਂ ਬਾਰ-ਬਾਰ ਕਿਹਾ ਕਿ ਵੀ ਤੁਸੀਂ ਗਿੱਦੜਬਾਹੇ ਤੋਂ ਜਿਹੜੇ ਚੋਣ ਲੜ ਰਹੇ ਨੇ ਉਹਨਾਂ ਦੇ ਖਿਲਾਫ, ਕੀ ਤੁਹਾਨੂੰ ਲੱਗਦਾ ਵੀ ਉਹ ਜਿਹੜੀ ਕਾਰਵਾਈ ਜਿਹੜੀ ਇਹ ਕਰ ਰਹੇ ਨੇ ਉਸੇ ਨੂੰ ਲੈ ਕੇ ਕੀਤੀ ਜਾ ਰਹੀ ਹੈ, ਰਾਜਨੀਤਿਕ ਦਬਾਅ ਤੁਹਾਨੂੰ ਤੁਹਾਡੇ ਤੇ ਪਾਇਆ ਜਾ ਰਿਹਾ ਹੈ? 100% 100%। ਇਹ ਐਕਚੁਅਲੀ ਇਹਨਾਂ ਦੀ ਇੱਕ ਆਪਣਾ ਫਿਤਰਤ ਬਣ ਗਈ ਹੈ ਜੀ, ਹਰ ਬੰਦੇ ਨੂੰ ਦਬਾ ਕੇ, ਪ੍ਰੈਸ਼ਰ ਪਾ ਕੇ, ਨੁਕਸਾਨ ਕਰਕੇ ਥੱਲੇ ਲਾਉਣਾ। ਹੁਣ ਕੁਝ ਬੰਦੇ ਹੁੰਦੇ ਆ ਜਿਹੜੇ ਥੱਲੇ ਲੱਗ ਜਾਂਦੇ ਆ ਜੀ, ਕੁਝ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਨਹੀਂ ਈਨ ਮੰਨਦੇ। ਸੋ ਅਸੀਂ ਨਹੀਂ ਈਨ ਮੰਨੀ ਜੀ ਇਹਦੀ ਇਲੈਕਸ਼ਨ, ਇਹਦੇ ਅਗੇਂਸਟ ਲੜਨਾ ਹੀ ਲੜਨਾ ਜੀ। ਇੱਕ ਤੁਸੀਂ ਇਹ ਵੀ ਕਿਹਾ ਸੀ ਕਿ ਜਿਹੜੇ ਅੰਦਰੋਂ ਖੋਖਲੇ ਹੋ ਚੁੱਕੇ ਨੇ, ਦੂਜਿਆਂ ਲਈ ਆਪਣਾ ਵਜੂਦ ਜਿਹੜਾ ਖੋ ਰਹੇ ਨੇ ਰਾਜਾ ਵੜਿੰਗ, ਕੀ ਕਹਿਣਾ? ਮੈਂ ਬਿਲਕੁਲ ਇਹ ਗੱਲ ਕਹਿਣਾ ਜੀ ਕਿ ਡੇ ਬਾਏ ਡੇ ਇਹਨਾਂ ਦੀ ਹਲਕੇ ਦੇ ਵਿੱਚ ਪੋਪੂਲੈਰਿਟੀ ਘਟ ਰਹੀ ਆ, ਡੇ ਬਾਏ ਡੇ ਘਟ ਰਹੀ ਆ। ਇਸ ਕਰਕੇ ਇਹ ਇੱਕ ਜ਼ਰੀਆ ਬਣਾ ਰਹੇ ਆ ਸਿਆਸਤ ਨੂੰ, ਇਸ ਨੂੰ ਟਰਾਂਸਪੋਰਟ ਡਿਪਾਰਟਮੈਂਟ ਨੂੰ, ਵੀ ਮੈਂ ਕਿਵੇਂ ਨਾ ਕਿਵੇਂ ਇਹਦੇ ਜ਼ਰੀਏ ਹਾਈਪ ਕ੍ਰੀਏਟ ਕਰਕੇ ਵੀ ਬੜੇ ਵੱਡੇ ਕੰਮ ਕਰਤੇ। ਵੜਿੰਗ ਸਾਹਿਬ ਨੇ ਬੱਸਾਂ ਰੋਕਤੀਆਂ, ਮਾਫੀਆ ਖਤਮ ਕਰਤਾ, ਇਹ ਕਰਤਾ ਉਹ ਕਰਤਾ, ਵੀ ਉਸ ਹਾਈਪ ਕ੍ਰੀਏਟ ਕਰਕੇ ਮੈਂ ਹਲਕੇ 'ਚ ਵੜ ਜਾ। ਹੁਣ ਪਹਿਲਾਂ ਤਾਂ ਕਾਫੀ ਐਕਟਿਵ ਸੀਗੇ ਨਾ ਰਾਜਾ ਵੜਿੰਗ ਸਾਹਿਬ, ਹੁਣ ਨਹੀਂ ਹੈਗੇ, ਕੀ ਕਹਿਣਾ ਇਹਦੇ ਬਾਰੇ? ਭੈਣ ਜੀ ਝੂਠ ਇੱਕ ਦਿਨ ਸਾਹਮਣੇ ਆ ਹੀ ਜਾਂਦਾ। ਹਾਂਜੀ, ਉਹ ਸਿਆਣੇ ਕਹਿੰਦੇ ਹੁੰਦੇ ਆ ਵੀ ਕਦੇ ਰੇਤੇ ਦੇ ਢੇਰ ਦਾ ਪਹਾੜ ਨਹੀਂ ਬਣਿਆ, ਕਦੇ ਰੇਤੇ ਦੀਆਂ ਕੰਧਾਂ ਖੜੀਆਂ ਅੱਜ ਤੱਕ, ਸੀਮੈਂਟ 'ਚ ਹੀ ਖੜਦੀਆਂ। ਇਹਨਾਂ ਨੇ ਰੇਤੇ ਦੇ ਪਹਾੜ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਮਾੜੀ ਜੀ ਹਵਾ ਚੱਲੀ ਸਾਰੇ ਖਿਲਰ ਗਏ ਜੀ। ਇੱਕ ਝਟਕਾ ਨਹੀਂ ਮਾਣਯੋਗ ਹਾਈ ਕੋਰਟ ਦਾ ਝੱਲਿਆ ਇਹਨਾਂ ਨੇ, ਇੱਕ ਝਟਕਾ ਵੱਜਿਆ, ਹੋ ਗਿਆ ਰੇਤਾ ਸਾਰਾ। ਸੋ ਇਹੋ ਜਿਹੀਆਂ ਜਿਹੜੀਆਂ ਕੋਝੀਆਂ ਹਰਕਤਾਂ ਕਰ ਰਿਹਾ। ਹੁਣ ਕਦੇ ਤੁਸੀਂ ਰਾਤ ਨੂੰ ਚੈੱਕ ਕਰਦੇ ਵੇਖਿਆ ਬੱਸਾਂ? ਇਹ ਪਹਿਲਾਂ ਬੜੀ ਇਹਨਾਂ ਨੇ ਅੱਗ ਮਚਾਈ ਸੀ, ਅੱਧੀ ਰਾਤ ਨੂੰ ਜਾਂਦੇ ਸੀ ਚੈੱਕ ਕਰਨ ਵੀ ਮੈਂ ਆਹ ਨਜਾਇਜ਼ ਨਹੀਂ ਚੱਲਣ ਦੇਣਾ, ਉਹ ਨਜਾਇਜ਼ ਨਹੀਂ ਚੱਲਣ ਦੇਣਾ। ਹੁਣ ਉਹ ਹਟ ਗਈਆਂ ਸਾਰੀਆਂ ਚੱਲਣੋਂ, A to Z ਸਾਰੀਆਂ ਉਵੇਂ ਜਿਵੇਂ ਚੱਲ ਰਹੀਆਂ। ਤੁਸੀਂ ਆਨਲਾਈਨ ਖੋਲੋ, ਜਿੱਥੋਂ ਦੀ ਮਰਜ਼ੀ ਟਿਕਟ ਲੈ ਲਓ। ਉਹੀ ਇੱਕ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਲਿਸਟ ਵੀ ਵਿਖਾਈ ਸੀ ਵੀ ਇੰਨੇ ਹੈਗੇ, ਪਰ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਕੈਮਰੇ ਤੇ ਤੁਸੀਂ ਖਾ ਆ ਲਓ ਜੀ, ਆ ਲਓ ਇੰਨੀਆਂ। ਕਿਸੇ ਦੇ ਪਰਮਿਟ ਰਿਨਿਊ, ਕਿਸੇ ਦੇ ਪਰਮਿਟ ਰਿਨਿਊ ਨਹੀਂ ਜੀ, ਕਿਸੇ ਦੇ ਵੀ, ਸਾਰੇ ਪੰਜਾਬ 'ਚ A to Z ਘੱਟੋ ਘੱਟ 600 ਆ ਜੀ, ਇੱਕ ਨਹੀਂ ਕਿਸੇ ਦੇ। ਇਹ ਮੈਂ ਇਹ ਨਹੀਂ ਕਹਿੰਦਾ ਵੀ ਗਲਤ ਆ, ਮੇਰੀ ਇਹ ਨਹੀਂ ਵੀ ਇਹ ਸਾਰੇ ਗਲਤ ਆ, ਮੇਰੀ ਸਿਰਫ ਇਹ ਕਹਿਣ ਦਾ ਭਾਵ ਆ ਵੀ ਇਹ ਇੱਕ ਰੂਟੀਨ ਮੈਟਰ ਆ। ਅੱਜ ਕੋਈ ਤੁਹਾਡਾ ਪਰਮਿਟ ਐਕਸਪਾਇਰ ਹੋ ਰਿਹਾ, ਤੁਸੀਂ ਐਪਲੀਕੇਸ਼ਨ ਦੇ ਦਿਓਗੇ, ਨਾਲ ਆਪਦੀ ਪਰਮਿਟ ਫੀਸ ਭਰ ਦੋਗੇ। ਆਫਟਰ ਦੈਟ ਇਟ ਇਜ਼ RTS ਡਿਊਟੀ ਟੂ ਰਿਨਿਊ ਦੈਟ ਪਰਮਿਟ। ਉਹ ਮਹੀਨਾ ਲਾ ਦੇਣ, 2 ਲਾ ਦੇਣ, 3 ਲਾ ਦੇਣ, 4 ਲਾ ਦੇਣ, ਉਹ ਉਹਨਾਂ ਦੀ ਡਿਸਕ੍ਰਿਸ਼ਨ ਆ ਵੀ ਕਿੰਨਾ ਚਿਰ ਉਹ ਲਾਉਂਦੇ ਆ। ਬਟ ਇਹਦੇ 'ਚ ਟਰਾਂਸਪੋਰਟਰ ਦਾ ਕੋਈ ਕਸੂਰ ਨਹੀਂ। ਮੈਂ ਕਹਾਂ ਵੀ ਇਹਨਾਂ ਦਾ ਕਸੂਰ ਹੈ, ਇਹਨਾਂ ਦਾ ਕੋਈ ਕਸੂਰ ਨਹੀਂ। ਇਹ ਸਿਰਫ ਮੈਂ ਤਾਂ ਦੱਸ ਰਿਹਾ ਤੁਹਾਨੂੰ ਵੀ ਤਾਂ ਕਿ ਯਾਰ ਜੇ ਤੂੰ ਇਹ ਕਾਰਵਾਈ ਤੇ ਸਾਡੀਆਂ ਬੱਸਾਂ ਨਹੀਂ ਛੱਡ ਰਿਹਾ ਤੇ ਫਿਰ ਇਹਨਾਂ ਦੀ ਫੜ ਲਾ ਵੀ ਵਾਈ, ਮਤਲਬ ਕਿ ਓਨਲੀ ਨਿਊ ਦੀ। ਇਹ ਸਿਰਫ ਮੇਰੇ ਕਹਿਣ ਦਾ ਮਕਸਦ ਇਹ ਆ ਵੀ ਜਿਹੜੀ ਚੀਜ਼ ਤੂੰ ਸਾਡੇ ਤੇ ਉਂਗਲ ਕਰਦਾ ਉਹ 1000 ਖੜੀ ਆ ਅੱਗੇ ਤੇਰੇ, ਵੀ ਫਿਰ ਇਹਨਾਂ ਤੇ ਵੀ ਕਰ ਲਾ। ਚਲੋ ਜੀ, ਹੁਣ ਕੀ ਅਗਲੀ ਕਾਰਵਾਈ ਹੋਏਗੀ ਜੇ ਸਰਕਾਰ ਨਹੀਂ ਫਿਰ ਟਸਟਮਸ ਹੋਈ, ਜਦ ਤੁਹਾਡੀ ਬੱਸਸ ਹੈ ਜਿਹੜੀ ਨਹੀਂ ਰਿਲੀਜ਼ ਕੀਤੀ ਗਈਆਂ ਸਾਰੀਆਂ, ਕੀ ਅਗਲੀ ਕਾਰਵਾਈ ਹੋਏਗੀ ਤੁਹਾਡੀ? ਮੇਰੀ ਪਹਿਲੀ ਰਿਕੁਐਸਟ ਤਾਂ ਇਹੀ ਆ ਜੀ ਕਿ ਮੈਂ ਹੱਥ ਬੰਨ੍ਹ ਕੇ ਅਪੀਲ ਕਰਦਾ ਵੀ ਮੈਥੋਂ ਕਿਸੇ ਅਫਸਰ ਦਾ ਨੁਕਸਾਨ ਨਾ ਹੋ ਜੇ। ਮੈਂ ਨਹੀਂ ਚਾਹੁੰਦਾ ਵੀ ਮੇਰੇ ਕਰਕੇ ਕਿਸੇ ਅਫਸਰ ਸਾਹਿਬਾਨ ਦਾ ਨੁਕਸਾਨ ਹੋ ਜੇ। ਚਲੋ ਉਹਨਾਂ ਨੇ ਜੋ ਵੀ ਕਰਤਾ ਮੇਰਾ ਉਹਨਾਂ ਦਾ ਭਲਾ ਹੋਵੇ, ਚਾਹੇ ਪ੍ਰੈਸ਼ਰ 'ਚ ਕਰਤਾ ਚਾਹੇ ਜੋ ਵੀ ਕਰਤਾ, ਉਹ ਉਹਨਾਂ ਦਾ ਭਲਾ ਹੋਵੇ। ਮੈਂ ਨਹੀਂ ਕਰਦਾ ਕਿਸੇ ਦਾ ਨੁਕਸਾਨ, ਮੇਰੀ ਇਹ ਫਿਤਰਤ ਨਹੀਂ। ਬਟ ਅਲਟੀਮੇਟਲੀ ਜੇ ਨਾ ਹੀ ਸਾਨੂੰ ਰਿਲੀਫ ਮਿਲਿਆ, ਮਾਣਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਇਹਨਾਂ ਨੇ ਨਾ ਮੰਨਿਆ, ਤਾਂ ਫਿਰ ਮੇਰੇ ਕੋਲ ਕੋਈ ਰਸਤਾ ਨਹੀਂ ਰਹਿ ਜਾਣਾ ਜੀ। ਤੇ ਔਰ ਮੈਂ ਅਗਰ ਕੋਰਟ ਦੇ ਵਿੱਚ ਜਾਊਂਗਾ ਤਾਂ ਇਹ ਡਾਇਰੈਕਟ ਕੰਟੈਂਪਟ ਬਣਨੀ ਹੈ ਇਹਨਾਂ ਤੇ, ਤੇ ਜੇ ਕੰਟੈਂਪਟ ਬਣ ਗਈ ਤਾਂ 1-2 ਅਫਸਰ ਪੱਕੇ ਟੰਗੇ ਜਾਣਗੇ, ਕਿਉਂਕਿ ਮਾਣਯੋਗ ਹਾਈ ਕੋਰਟ ਨੇ ਐਡੇ ਸਖਤ ਆਰਡਰਸ ਲਿਖੇ ਆ, ਇਹ ਫਿਰ ਉਹਨਾਂ ਆਰਡਰਸ ਨੂੰ ਓਬੇ ਨਹੀਂ ਕਰ ਰਹੇ, ਤੇ ਫਿਰ ਇਹਨਾਂ ਨੇ ਮਤਲਬ ਕਿ ਆਪਦਾ ਨੁਕਸਾਨ ਕਰਾਉਣਗੇ। ਔਰ ਇਹ ਅਨਕੰਪੀਟੈਂਟ
ਇਨਕੰਪੀਟੈਂਟ ਮੰਤਰੀ ਸਾਹਿਬ ਦਾ ਜਾਣਾ ਕੁਝ ਨਹੀਂ, ਰਗੜੇ ਅਫਸਰ ਜਾਣਗੇ। ਇਹਨਾਂ ਨੇ ਤਾਂ ਫਿਰ ਬਿਆਨ ਦੇਣਾ ਵੀ ਮੈਨੂੰ ਕੀ ਪਤਾ ਜੀ, ਇਹ ਛੱਡ ਦਿੰਦੇ ਬੱਸਾਂ। ਇਹਨਾਂ ਦਾ ਬਿਆਨ ਇਹੀ ਹੋਣਾ। ਹੁਣ ਤੁਸੀਂ ਪਹਿਲਾਂ ਵੀ ਇਹ ਕਿਹਾ ਸੀ, ਹੁਣ ਅੱਜ ਫਿਰ ਇਹੀ ਕਿਹਾ ਕਿ ਲਗਾਤਾਰ ਜਿਹੜੇ ਰਾਜਾ ਵੜਿੰਗ ਹੀ ਤੁਹਾਨੂੰ ਟਾਰਗੇਟ ਕਰ ਰਹੇ ਨੇ, ਹੈ ਨਾ। ਹੁਣ ਫਿਰ ਉਹਨਾਂ ਦੇ ਮਤਲਬ ਲਈ ਤੁਹਾਡੀ ਕੀ ਜਿਹੜੀ ਰਣਨੀਤੀ ਹੋਏਗੀ? ਦੇਖੋ ਉਹਨਾਂ ਦੇ, ਮੈਂ ਕੋਈ ਐਸੀ ਰਣਨੀਤੀ ਮੇਰੇ ਮਨ 'ਚ ਕੋਈ ਨਹੀਂ ਜੀ। ਮੇਰੀ ਤਾਂ ਇੱਕੋ ਹੀ ਰਣਨੀਤੀ ਹੈ ਵੀ ਮੈਂ ਇਲੈਕਸ਼ਨ ਲੜਨਾ, ਇਹਨਾਂ ਦੇ ਅਗੇਂਸਟ ਲੜਨਾ, ਉੱਥੇ ਆਉਣ ਤਕੜੇ ਹੋ ਕੇ। ਮਤਲਬ ਤੁਸੀਂ ਲੜੋਗੇ ਜ਼ਰੂਰ ਇਲੈਕਸ਼ਨ 100। ਮੈਨੂੰ ਤਾਂ ਟਿਕਟ ਮਿਲ ਗਈ ਜੀ, ਮੈਨੂੰ ਟਿਕਟ ਮਿਲ ਚੁੱਕੀ ਆ। 2017 ਦੇ ਵਿੱਚ ਇਹਨਾਂ ਨੇ ਝੂਠ ਤੂਫਾਨ ਮਾਰ ਕੇ ਲੋਕਾਂ ਨਾਲ ਬੜੇ ਵੱਡੇ ਵੱਡੇ ਵਾਅਦੇ ਕਰਕੇ ਇਹ ਜਿੱਤ ਗਏ। ਮੈਂ ਉਦੋਂ ਦਾ ਹੀ ਲੋਕਾਂ ਦੀ ਸੇਵਾ ਕਰ ਰਿਹਾ, ਮੈਂ ਵਿੱਚ ਵਿਚਰ ਰਿਹਾ। ਮੈਂ ਹਲਕਾ ਨਹੀਂ ਆਪਦਾ ਛੱਡਿਆ, ਮੈਂ ਆਪਦਾ ਇਹ ਪੈਸ਼ਨ ਨੂੰ ਛੱਡਿਆ ਨਹੀਂ। ਮੈਂ ਲੋਕਾਂ ਦੇ ਨਾਲ ਹੀ ਅਟੈਚ ਹਾਂ ਤੇ ਅੱਜ ਵੀ ਮੈਂ ਖੜਾ। ਇਸੇ ਕਰਕੇ ਮੈਨੂੰ ਸਭ ਤੋਂ ਪਹਿਲੀ ਆਪਣਾ ਲਿਸਟ ਦੇ ਵਿੱਚ ਹੀ ਮੇਰਾ ਨਾਮ ਆ ਗਿਆ ਸੀ ਟਿਕਟ ਦਾ। ਮੈਂ ਅੱਜ ਵੀ ਖੜਾ, ਇਲੈਕਸ਼ਨ ਲੜੂੰਗਾ, ਡਿਬੇਟ ਕਰਨੀ ਆ, ਕਿਸੇ ਮੁੱਦੇ ਤੇ ਆ ਕੇ ਮੇਰੇ ਨਾਲ ਕਰ ਲੇ, ਮੋਸਟ ਵੈਲਕਮ। ਅੱਛਾ, ਇੱਕ ਔਰ ਲਾਸਟ ਜਿਹੜਾ ਕੁਐਸਚਨ ਹੈਗਾ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸਰਗਰਮੀਆਂ ਵੱਧ ਗਈ ਹੈਗੀ ਹੈ, ਜਿਹੜੇ ਕਾਂਗਰਸ ਹੋਵੇ ਕੋਈ ਪਾਰਟੀਆਂ ਹੋਵੇ ਜਿਹੜੇ ਸ਼ਾਮਿਲ ਕਰ ਰਹੇ ਨੇ। ਹੁਣ ਕਾਂਗਰਸ ਵੱਲੋਂ ਜਿਹੜਾ ਉਹ ਗਾਇਕ ਸਿੱਧੂ ਮੂਸੇਵਾਲਾ ਉਹਨੂੰ ਕੀਤਾ ਗਿਆ ਸ਼ਾਮਿਲ, ਉਹਦੇ ਬਾਰੇ ਤੁਸੀਂ ਉਹਨੂੰ ਕਿਵੇਂ ਵੇਖਦੇ ਹੋ? ਸਿੱਧੂ ਮੂਸੇਵਾਲਾ ਜੀ ਹੀ ਇਜ਼ ਅ ਗੁੱਡ ਸਿੰਗਰ ਮੈਂ ਕਹੂੰਗਾ, ਬਟ ਇਹ ਜ਼ਰੂਰੀ ਨਹੀਂ ਕਿ ਅੱਛਾ ਪੋਲੀਟੀਸ਼ੀਅਨ ਵੀ ਹੋਊਗਾ। ਹਰ ਬੰਦੇ 'ਚ ਇੱਕ ਕਲਾ ਹੁੰਦੀ ਹੈ ਜੀ। ਮੇਬੀ ਜਿਵੇਂ ਹੁਣ ਤੁਸੀਂ ਹੋ, ਯੂ ਮਾਈਟ ਬੀ ਅ ਗੁੱਡ ਐਂਕਰ, ਅੱਛੇ ਐਂਕਰ ਹੋ ਸਕਦੇ ਹੋ, ਪਰ ਜ਼ਰੂਰੀ ਨਹੀਂ ਵੀ ਤੁਸੀਂ ਹਾਕੀ ਦੇ ਪਲੇਅਰ ਵੀ ਉਨੇ ਚੰਗੇ ਹੋਵੋਗੇ, ਠੀਕ ਹੈ ਨਾ। ਤੁਸੀਂ ਕ੍ਰਿਕਟ ਵੀ ਉਨੀ ਚੰਗੀ ਖੇਡੋਗੇ, ਜਾਂ ਜੇ ਤੁਸੀਂ ਆਪਦੀ ਇਹ ਐਂਕਰਪੁਣਾ ਛੱਡ ਕੇ ਮੇਰੇ ਵਾਲੀ ਲਾਈਨ 'ਚ ਆਉਂਦੇ ਹੋ ਪੋਲੀਟਿਕਸ ਦੇ ਵਿੱਚ ਵੀ ਤੁਸੀਂ ਅੱਛੇ ਪੋਲੀਟੀਸ਼ੀਅਨ ਹੋਵੋਗੇ, ਇਹ ਜ਼ਰੂਰੀ ਨਹੀਂ। ਹਰ ਬੰਦੇ ਦੀ ਇੱਕ ਲਾਈਨ ਹੁੰਦੀ ਹੈ ਜੀ। ਉਹ ਹੀ ਇਜ਼ ਅ ਗੁੱਡ ਸਿੰਗਰ, ਲੋਕ ਉਹਨੂੰ ਅੱਛਾ ਲੋਕ ਉਹਨੂੰ ਚਾਹੁੰਦੇ ਆ। ਬੜੀ ਵਧੀਆ ਉਹਦੀ ਹਾਈਪ ਬਣੀ ਸੀ, ਬੜੀ ਵਧੀਆ ਇੱਜ਼ਤ ਬਣੀ ਸੀ, ਵਧੀਆ ਪੈਸਾ ਕਮਾ ਰਿਹਾ ਸੀ। ਔਰ ਜਿਸ ਦਿਨ ਦਾ ਉਹਨੇ ਕਾਂਗਰਸ ਨੂੰ ਜੁਆਇਨ ਕੀਤਾ, 30 ਲੱਖ ਬੰਦਾ ਉਹਨੂੰ ਛੱਡ ਗਿਆ, ਉਹਦੀ ਫੋਲੋਅਰਸ ਇੰਨੇ ਘਟ ਗਏ। ਲੋੜ ਕੀ ਪਈ ਸੀ ਜੀ? ਇਹਨਾਂ ਗੱਲਾਂ ਨਾਲ ਲੋਕ ਇੰਨੇ ਕੁ ਸਿਆਣੇ ਹੋ ਗਏ ਕਿ ਇਹ ਬੰਦੇ ਦੇਖੋ ਆਪਦਾ ਪੈਸ਼ਨ ਨਹੀਂ ਛੱਡ ਸਕਦਾ। ਉਹ ਜਿਹੜਾ ਉਹਦਾ ਸਿੰਗਰ ਪੈਸ਼ਨ ਆ ਉਹ ਨਹੀਂ ਛੱਡ ਸਕਦਾ। ਤੇ ਇਹਦੇ 'ਚ ਤੁਹਾਨੂੰ 24 ਘੰਟੇ ਲੋਕਾਂ ਦੇ ਵਿਚਰਨਾ ਪੈਂਦਾ, ਆਪਦਾ ਆਪ ਮਾਰਨਾ ਪੈਂਦਾ, ਤੁਹਾਨੂੰ ਇੱਕ ਤਰ੍ਹਾਂ ਦੀ ਬੰਦਗੀ ਕਰਨੀ ਪੈਂਦੀ ਹੈ ਜੀ। ਇਹ ਸਾਦਗੀ ਆ, ਸਿਆਸਤ ਸਾਦਗੀ ਆ। ਤੁਹਾਨੂੰ ਆਪਦਾ ਆਪ ਮਾਰ ਕੇ ਤੁਸੀਂ ਆਪਦੀ ਕੋਈ ਰਿਸ਼ਤੇਦਾਰੀ 'ਚ ਚੀਜ਼ ਛੱਡ ਸਕਦੇ ਹੋ, ਵਿਆਹ ਸ਼ਾਦੀ, ਲੋਕਾਂ ਦੀ ਨਹੀਂ ਛੱਡ ਸਕਦੇ, ਤੁਹਾਨੂੰ ਹਲਕੇ 'ਚ ਜਾਣਾ ਪੈਂਦਾ। ਸੋ ਇਸ ਕਰਕੇ ਇਹ ਇਹਨਾਂ ਤੋਂ ਹੋਣੀ ਨਹੀਂ, ਔਰ ਇਹ ਬੁਰੀ ਤਰ੍ਹਾਂ ਫੇਲ ਹੋਣਗੇ, ਬੁਰੀ ਤਰ੍ਹਾਂ ਫੇਲ ਹੋਣਗੇ। ਮੇਰੀ ਗੱਲ ਯਾਦ ਰੱਖਿਓ, ਕਿਸੇ ਨੇ ਵੋਟ ਨਹੀਂ ਪਾਉਣੀ। ਧੰਨਵਾਦ ਜੀ। ਤੋਂ ਇਹ ਸਨ ਸਾਡੇ ਨਾਲ ਡਿੰਪੀ ਢਿੱਲੋਂ ਜੀ, ਜਿਨ੍ਹਾਂ ਨੇ ਸਪਸ਼ਟ ਕੀਤਾ ਹੈ ਜੇਕਰ ਹਾਈ ਕੋਰਟ ਦੇ ਜਿਹੜੇ ਉਹਨਾਂ ਡਾਇਰੈਕਸ਼ਨ ਹੈਗੇ ਉਹਨਾਂ ਨੂੰ ਨਾ ਜਿਹੜੇ ਫੋਲੋ ਕੀਤਾ ਤੇ ਦੁਬਾਰਾ ਕੋਰਟ ਜਾਣਗੇ। ਤੇ ਦੂਜੇ ਪਾਸੇ ਇਹ ਵੀ ਕਿਹਾ ਕਿ ਜਿਹੜਾ ਰਾਜਾ ਵੜਿੰਗ ਹੈਗਾ ਜਿੰਨਾ ਮਰਜ਼ੀ ਮੇਰੇ ਤੇ ਪ੍ਰੈਸ਼ਰ ਪਾ ਲਵੇ, ਮੈਂ ਚੋਣ ਜ਼ਰੂਰ ਉਹਨਾਂ ਦੇ ਖਿਲਾਫ ਲੜੂੰਗਾ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਮੈਂ ਤੁਹਾਡੇ ਨਾਲ ਲਲਿਤਾ ਜਾਮਵਾਲ, ਕੈਮਰਾ ਪਰਸਨ ਸੁਰਿੰਦਰਪਾਲ ਦੇ ਨਾਲ।